बीज तो स्टार्ट किया जी। मेरा 1 किलो बीज चों 50% मान लो भी अद्धा किलो बीज की पनीरी मेरी विक गई सी इत्थे। फिर हौली हौली काम बढ़ते बढ़ते अज मैं 50-60 किलो बीज ते चला गया, जिहड़ी कि मेरी सेल हुण पंजाब, हरियाणा ते यूपी तक, MP तक भी अपनी पनीरी जाती है। ਜਦੋਂ ਤੁਸੀਂ ਖੁੰਬਾਂ ਦੀ खेती ਕੀਤੀ और ਖੁੰਬਾਂ ਨੂੰ ਵੇਚਣ ਵਾਸਤੇ ਆਪਣੇ ਪਿੰਡੋਂ ਨਾਭੇ ਸਾਈਕਲ ਤੇ ਜਾਂਦੇ ਰਹੇ। ਹਾਂਜੀ, ਮੈਂ ਪੜ੍ਹਾਈ ਦੇ ਨਾਲ ਜਦੋਂ ਇੱਕ ਦੇਖਿਆ ਵੀ ਆਪਾਂ ਨੂੰ ਇੱਕ ਵੱਖਰਾ ਕੁਝ ਕਰਨਾ ਚਾਹੀਦਾ, ਤਾਂ ਮੈਂ ਉਦੋਂ ਚਲੋ ਮੋਬਾਈਲ ਦਾ ਉਹਨਾਂ ਨਹੀਂ ਸੀ ਹੈਗਾ ਵੀ ਇਸ ਤਰ੍ਹਾਂ ਪਤਾ ਨਹੀਂ ਸੀ ਲੱਗਦਾ। ਅੱਜ ਤਾਂ ਜੋ ਹਰੇਕ ਚੈਨਲ ਵਾਲੇ YouTube ਵਾਲੇ ਦੱਸਦੇ ਆ, ਤੇ ਮੈਂ ਖੁੰਭ ਬਾਰੇ ਪਤਾ ਸੀ ਮੈਨੂੰ ਥੋੜ੍ਹਾ ਜਿਹਾ। ਮੈਂ ਕੰਮ ਸਟਾਰਟ ਕੀਤਾ ਇੱਕ 12x12 ਦੇ ਰੂਮ ਦੇ ਵਿੱਚੋਂ। ਅਸੀਂ ਚਾਹਾਂਗੇ ਪ੍ਰਦੀਪ ਜੀ ਤੁਹਾਡੇ ਕੋਲੋਂ ਜਾਣਕਾਰੀ ਕਿ ਇਸ ਕੰਮ ਨੂੰ ਕਾਮਯਾਬ ਕਰਨ ਦੇ ਵਿੱਚ ਤੁਹਾਡੀ ਟ੍ਰੇਨਿੰਗ ਜਿਹੜੀ ਤੁਸੀਂ ਲਈ ਹੈ ਉਹਦਾ ਕਿੰਨਾ ਵੱਡਾ ਰੋਲ ਹੈ। ਇਹ ਤੁਹਾਡਾ ਸਵਾਲ ਬਹੁਤ ਵਧੀਆ ਜੀ। ਜੇ ਆਪਾਂ ਕੋਈ ਵੀ ਕੰਮ ਸਟਾਰਟ ਕਰਨਾ ਤਾਂ ਉਹਦੀ ਟ੍ਰੇਨਿੰਗ ਜ਼ਰੂਰੀ ਹੈ। ਦੇਖੋ, ਜਿਵੇਂ ਮੈਂ ਖੁੰਬਾਂ ਦੀ ਟ੍ਰੇਨਿੰਗ 2 ਲੈਤੀਆਂ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਤੋਂ। ਉਸ ਤੋਂ ਬਾਅਦ ਮੈਂ ਜਦੋਂ ਉਹਨੂੰ ਥੋੜ੍ਹਾ ਜਿਹਾ ਹੋਰ ਅੱਗੇ ਵਧਾਉਣਾ ਚੱਲਿਆ ਤਾਂ ਮੈਂ DMR ਸੋਲਨ ਰਿਸਰਚ ਕੇਂਦਰ ਹੈ ਜੀ, ਉਹਨਾਂ ਤੋਂ ਟ੍ਰੇਨਿੰਗ ਲੈਤੀ। ਉਸ ਤੋਂ ਬਾਅਦ ਮੈਨੇ ਇੱਕ ਟ੍ਰੇਨਿੰਗ ਪੋਲੀ ਹਾਊਸ ਦੀ ਲੈਤੀ ਮੈਂ ਪੂਨੇ ਤੋਂ। ਤੁਹਾਨੂੰ ਕੀ ਲੱਗਦਾ ਸਰਕਾਰਾਂ ਦੀ ਗਲਤੀ ਕਿੱਥੇ ਹੈ? ਦੇਖੋ ਜੀ, ਇਹ ਇੱਕ ਤਾਂ ਇਹ ਮੰਨ ਲਓ ਚਲੋ ਇੱਕ ਨਵਾਂ ਬੰਦਾ ਕੰਮ ਸਟਾਰਟ ਕਰਦਾ, ਕੋਈ ਵੀ ਇੱਕ ਬੰਦਾ ਕੰਮ ਸਟਾਰਟ ਕਰਦਾ, ਉਹ ਨਾ ਆਪਣਾ ਇੰਨਾ ਉਹਨੂੰ ਚਾਹ ਹੁੰਦਾ ਵੀ ਮੈਨੇ ਨਵੀਂ ਖੇਤੀ ਸ਼ੁਰੂ ਕੀਤੀ ਆ, ਉਹਨੂੰ ਮਾਰਕੀਟ 'ਚ ਰੇਟ ਨਹੀਂ ਮਿਲਦਾ। ਰੇਟ ਨਹੀਂ ਮਿਲਣ ਕਰਕੇ ਫਿਰ ਉਹ ਥੱਕ ਜਾਂਦਾ, 1 ਸਾਲ 'ਚ ਥੱਕ ਜਾਂਦਾ। ਇਸ ਓਪਨ ਮਾਰਕੀਟ ਦੇ ਵਿੱਚ ਪ੍ਰੋਬਲਮਾਂ ਕਾਫੀ ਆਉਂਦੀਆਂ ਨੇ, ਹਰੇਕ ਬੰਦੇ ਨੂੰ ਪ੍ਰੋਬਲਮ ਆਉਂਦੀ ਹੈ ਜੀ। ਜਿਵੇਂ ਉਸ ਤੋਂ ਪਨੀਰੀਆਂ ਦੀ ਗੱਲ ਕਰੀਏ, ਅਸੀਂ ਅੱਗੇ ਕਸਟਮਰਾਂ ਨੂੰ ਮਿਲਣਾ, ਉਹਨਾਂ ਨੂੰ ਸਮਝਾਉਣਾ, ਦੱਸਣਾ ਵੀ ਸਾਡੀ ਨਰਸਰੀ ਇਸ ਤਰ੍ਹਾਂ ਅਸੀਂ ਪੋਲੀ ਹਾਊਸ 'ਚ ਤਿਆਰ ਕਰਦੇ ਹਾਂ, ਜਾਂ ਅੱਗੇ ਵੀ ਕਈ ਨੂੰ ਯੂਪੀ ਦੇ ਵਿੱਚ ਇਸ ਤਰ੍ਹਾਂ ਵੀ ਬੰਦੇ ਆ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ, ਉਹਨੂੰ ਸਾਰੀ ਗੱਲ ਅੱਗੇ ਗਾਈਡੈਂਸ ਕਰਨੀ ਆ। ਪ੍ਰੋਗਰਾਮ ਫਾਰਮ ਹਾਊਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਸਵਾਗਤ ਹੈ। ਸਾਨੂੰ ਖੁਸ਼ੀ ਹੁੰਦੀ ਹੈ ਇਸ ਪ੍ਰੋਗਰਾਮ ਦੇ ਰਾਹੀਂ ਤੁਹਾਡੇ ਤੱਕ ਉਹਨਾਂ ਕਿਸਾਨਾਂ ਦੀ ਕਹਾਣੀ ਲੈ ਕੇ ਜਾਣ ਦੀ, ਜਿਨ੍ਹਾਂ ਨੇ ਆਪਣੇ ਰਾਹ ਬਣਾ ਕੇ ਆਪਣੇ ਨਾਮ ਬਣਾਏ ਨੇ, ਦੂਸਰਿਆਂ ਵਾਸਤੇ ਉਹ ਮਾਰਗਦਰਸ਼ਕ ਬਣੇ ਨੇ। ਇਸੇ ਲੜੀ ਵਿੱਚ ਅੱਜ ਅਸੀਂ ਪਟਿਆਲਾ ਜ਼ਿਲ੍ਹੇ ਦੇ ਪਿੰਡ ਬਿਰੜਵਾਲ ਦੇ ਕਿਸਾਨ ਸਰਦਾਰ ਪ੍ਰਦੀਪ ਸਿੰਘ ਹੋਣਾ ਦੇ ਫਾਰਮ ਹਾਊਸ ਦੇ ਉੱਤੇ ਖੜ੍ਹੇ ਹਾਂ, ਜੋ ਕਿ +2 ਪਾਸ ਨੇ। 1985 ਦਾ ਉਹਨਾਂ ਦਾ ਜਨਮ ਹੈ। ਇਸੇ ਪਿੰਡ ਦੇ ਵਿੱਚ ਰਵਾਇਤੀ ਖੇਤੀ ਕਰਦੇ ਸੀ, ਪਰ ਸਮੇਂ ਦੇ ਨਾਲ ਉਹਨਾਂ ਨੇ ਵੇਖਿਆ ਕਿ ਅੱਗੇ ਵਧਣ ਲਈ ਕੁਝ ਨਵਾਂ ਕਰਨਾ ਜ਼ਰੂਰੀ ਹੈ, ਤਾਂ ਉਹ ਉਸ ਤੋਂ ਬਾਅਦ ਆਏ ਵੱਖਰੀ ਕਿਸਮ ਦੀ ਖੇਤੀ ਲਈ। ਉਹ ਕੀ ਸੀ? ਉਹਨਾਂ ਨੇ ਪਨੀਰੀ ਦਾ ਕੰਮ ਸ਼ੁਰੂ ਕੀਤਾ, ਉਹਨਾਂ ਨੇ ਮਸ਼ਰੂਮ ਦਾ ਕੰਮ ਸ਼ੁਰੂ ਕੀਤਾ। ਪੋਲੀ ਹਾਊਸ ਦੇ ਵਿੱਚ ਉਹਨਾਂ ਨੇ ਕਈ ਕਿਸਮ ਦੀਆਂ ਸਬਜ਼ੀਆਂ, ਖੀਰੇ, ਮਿਰਚਾਂ, ਸ਼ਿਮਲਾ ਮਿਰਚ ਇਹ ਉਗਾਉਣੀਆਂ ਸ਼ੁਰੂ ਕੀਤੀਆਂ। ਅਤੇ ਇਸ ਵਕਤ ਉਹਨਾਂ ਦੀ ਪਹਿਚਾਣ ਇੱਕ ਵੱਖਰੇ ਤੌਰ 'ਤੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਪ੍ਰਦੀਪ ਸਿੰਘ, ਜਿਨ੍ਹਾਂ ਨੂੰ ਪਨੀਰੀ ਵਾਲਾ ਕਰਕੇ ਜਾਣਦੇ ਆ, ਜਿਹੜੇ ਪਨੀਰੀਆਂ ਬੀਜਦੇ ਆ, ਤੁਸੀਂ ਕਿਤੇ ਜਾ ਕੇ ਗੱਲ ਕਰੋ ਤਾਂ ਉਹ ਤੁਹਾਨੂੰ ਦੱਸਣਗੇ। ਪ੍ਰਦੀਪ ਜੀ, ਸਾਨੂੰ ਬੜੀ ਖੁਸ਼ੀ ਹੋਈ ਹੈ ਤੁਹਾਡੇ ਨਾਲ ਗੱਲ ਕਰਕੇ, ਅਸੀਂ ਤੁਹਾਨੂੰ ਮਿਲਣ ਆਏ ਹਾਂ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਮੇਰੇ ਵੱਲੋਂ, ਪ੍ਰਦੀਪ ਸਿੰਘ ਵੱਲੋਂ ਜੀ, ਤੁਹਾਡੇ ਚੈਨਲ ਨੂੰ ਜੀ ਆਇਆਂ ਜੀ। ਮੈਂ ਬਹੁਤ ਰੀਨੀਆਂ ਤੁਹਾਡਾ ਵੀ ਤੁਸੀਂ ਮੇਰੇ ਲਈ ਸਮਾਂ ਕੱਢਿਆ ਜੀ। ਪ੍ਰਦੀਪ ਜੀ, ਰਵਾਇਤੀ ਖੇਤੀ ਬਾਰੇ ਬਹੁਤ ਗੱਲਾਂ ਹੁੰਦੀਆਂ ਰਹੀਆਂ ਨੇ, ਔਰ ਜਿੰਨੇ ਵੀ ਕਿਸਾਨ ਅੱਗੇ ਆਏ ਨੇ ਉਹ ਸਾਰੇ ਕਿਸਾਨ ਰਵਾਇਤੀ ਖੇਤੀ 'ਚੋਂ ਹੀ ਨਿਕਲ ਕੇ ਉਹਨਾਂ ਨੇ ਆਪਣੀਆਂ ਪੈੜਾਂ ਬਣਾਈਆਂ ਨੇ। ਤੁਹਾਡੇ ਵੀ ਪਰਿਵਾਰ ਦੇ ਵਿੱਚ ਪੁਰਾਣੀ ਖੇਤੀ ਹੀ ਕਰਦੇ ਸੀਗੇ, ਥੋੜ੍ਹਾ ਜਿਹਾ ਉਹਦੇ ਬਾਰੇ ਅਸੀਂ ਜਾਣਨਾ ਚਾਹਾਂਗੇ। ਹਾਂਜੀ, ਮੇਰੇ ਫਾਦਰ ਸਾਹਿਬ ਝੋਨੇ ਅਤੇ ਕਣਕ ਦੀ ਖੇਤੀ ਕਰਦੇ ਸੀ ਰਵਾਇਤੀ, ਅਤੇ ਹੌਲੀ ਹੌਲੀ ਜੀ ਮੈਨੂੰ ਚਾਹ ਹੋਇਆ। ਮੈਂ +1 ਕਰਨ ਤੋਂ ਬਾਅਦ ਅਤੇ +2 'ਚ ਜਦ ਮੈਂ ਆਇਆ ਤਾਂ ਮੈਨੇ ਖੁੰਬਾਂ ਦਾ ਕੰਮ ਸਟਾਰਟ ਕੀਤਾ ਜੀ। ਸਭ ਤੋਂ ਪਹਿਲਾਂ ਖੁੰਭ ਦਾ ਕੰਮ ਸਟਾਰਟ ਕੀਤਾ, ਫਿਰ ਮੈਂ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਨਾਲ ਜੁੜਿਆ ਜੀ, ਅਤੇ ਉਹਨਾਂ ਨਾਲ ਉੱਥੋਂ ਇੱਕ ਟ੍ਰੇਨਿੰਗ ਲੈਤੀ ਪਨੀਰੀ ਤਿਆਰ ਕਰਨ ਦੀ। ਪਨੀਰੀ ਆਪਾਂ ਸੁਰੰਗ ਦੇ ਵਿੱਚ ਪਨੀਰੀ ਤਿਆਰ ਕਰਦੇ ਸੀ, ਅਤੇ ਉਹਨਾਂ ਦਾ ਮੈਂ ਉੱਥੋਂ ਇੱਕ ਟ੍ਰੇਨਿੰਗ ਲੈ ਕੇ ਮੇਰੇ ਗੁਰੂ ਮੈਡਮ ਰਚਨਾ ਸਿੰਗਲਾ ਜੀ, ਅਤੇ ਉਹਨਾਂ ਤੋਂ ਕੰਮ ਸਿੱਖ ਕੇ ਇੱਕ ਕੰਮ ਪਨੀਰੀ ਦਾ ਸਟਾਰਟ ਕੀਤਾ ਹੌਲੀ ਹੌਲੀ। ਪਹਿਲਾਂ ਮੈਂ 1 ਕਿਲੋ बीज तो स्टार्ट किया जी। तो मेरा 1 किलो बीज चों 50% मान लो भी अद्धा किलो बीज की पनीरी मेरी विक गई सी इत्थे।
ਫਿਰ ਹੌਲੀ ਹੌਲੀ ਕੰਮ ਵੱਧਦੇ ਵੱਧਦੇ ਅੱਜ ਮੈਂ 50-60 ਕਿਲੋ ਬੀਜ ਤੇ ਚਲਾ ਗਿਆ, ਜਿਹੜੀ ਕਿ ਮੇਰੀ ਸੇਲ ਹੁਣ ਪੰਜਾਬ, ਹਰਿਆਣਾ ਤੇ ਯੂਪੀ ਤੱਕ, MP ਤੱਕ ਵੀ ਆਪਣੀ ਪਨੀਰੀ ਜਾਂਦੀ ਹੈਗੀ ਜੀ। ਤੁਸੀਂ ਜਿਵੇਂ ਸਾਨੂੰ ਪਤਾ ਲੱਗਿਆ ਕਿ ਖੁੰਬਾਂ ਦਾ ਕੰਮ ਵੀ ਸ਼ੁਰੂ ਕੀਤਾ, ਔਰ ਇਹ ਵੀ ਪਤਾ ਲੱਗਿਆ ਕਿ ਤੁਸੀਂ ਸ਼ੁਰੂਆਤ ਜੋ ਕੀਤੀ ਹੈ ਉਹ ਬੜੀ ਮਿਹਨਤ ਨਾਲ ਕੀਤੀ ਹੈ, ਔਰ ਹਰ ਕੰਮ 'ਚ ਮਿਹਨਤ ਤਾਂ ਹੁੰਦੀ ਹੈ, ਮਿਹਨਤ ਹੀ ਤੁਹਾਨੂੰ ਕਿਸੇ ਨਾ ਕਿਸੇ ਮੰਜ਼ਿਲ ਦੇ ਉੱਤੇ ਲੈ ਕੇ ਜਾਂਦੀ ਹੈ। ਅਸੀਂ ਉਹ ਕਹਾਣੀ ਸੁਣਨੀ ਚਾਹਾਂਗੇ ਪ੍ਰਦੀਪ ਜੀ ਤੁਹਾਡੇ ਮੂੰਹੋਂ, ਜਦੋਂ ਤੁਸੀਂ ਖੁੰਬਾਂ ਦੀ ਖੇਤੀ ਕੀਤੀ ਔਰ ਖੁੰਬਾਂ ਨੂੰ ਵੇਚਣ ਵਾਸਤੇ ਆਪਣੇ ਪਿੰਡੋਂ ਨਾਭੇ ਸਾਈਕਲ ਤੇ ਜਾਂਦੇ ਰਹੇ। ਹਾਂਜੀ, ਮੈਂ ਪੜ੍ਹਾਈ ਦੇ ਨਾਲ ਜਦੋਂ ਇੱਕ ਦੇਖਿਆ ਵੀ ਆਪਾਂ ਨੂੰ ਇੱਕ ਵੱਖਰਾ ਕੁਝ ਕਰਨਾ ਚਾਹੀਦਾ, ਤਾਂ ਮੈਂ ਉਦੋਂ ਚਲੋ ਮੋਬਾਈਲ ਦਾ ਉਹਨਾਂ ਨਹੀਂ ਸੀ ਹੈਗਾ ਵੀ, ਇਸ ਤਰ੍ਹਾਂ ਪਤਾ ਨਹੀਂ ਸੀ ਲੱਗਦਾ। ਅੱਜ ਤਾਂ ਜੋ ਹਰੇਕ ਚੈਨਲ ਵਾਲੇ, YouTube ਵਾਲੇ ਦੱਸਦੇ ਆ, ਅਤੇ ਮੈਂ ਖੁੰਭ ਬਾਰੇ ਪਤਾ ਸੀ ਮੈਨੂੰ ਥੋੜ੍ਹਾ ਜਿਹਾ। ਮੈਂ ਕੰਮ ਸਟਾਰਟ ਕੀਤਾ ਇੱਕ 12x12 ਦੇ ਰੂਮ ਦੇ ਵਿੱਚੋਂ, ਅਤੇ ਉਹਦੇ ਵਿੱਚੋਂ ਅਸੀਂ ਕੰਮ ਸਟਾਰਟ ਕੀਤਾ, ਜਿਹੜਾ ਅੱਜ ਮੈਂ 700-800 ਕੁਆਂਟਲ ਕੰਪੋਸਟ ਤੂੜੀ ਦੇ ਕੰਮ ਕਰਦਾ, ਅਤੇ ਮੇਰੇ ਲਵੇ ਕੰਪੋਸਟ ਯੂਨਿਟ ਵੀ ਲੱਗਿਆ ਹੋਇਆ ਹੈਗਾ ਜੀ। ਅਤੇ ਪਹਿਲਾਂ ਮੈਂ ਜਦੋਂ ਸਟਾਰਟ ਕੀਤਾ ਕੰਮ, ਥੋੜ੍ਹੀ ਜਿਹੀ ਖੁੰਭ 10 ਕਿਲੋ ਮੈਂ ਸਾਈਕਲ 'ਤੇ ਆਪ ਲੈ ਕੇ ਜਾਂਦਾ ਸੀ ਜੀ, ਅਤੇ ਉਹਨੂੰ ਆਪ ਹੀ ਵੇਚਦਾ ਸੀ ਉੱਥੇ, ਅਤੇ ਆਪ ਵੇਚ ਕੇ ਜਿਹੜਾ ਹੁੰਦਾ ਆਪਣਾ ਉਹਦਾ ਪ੍ਰੋਫਿਟ ਵਗੈਰਾ ਅਸੀਂ ਸਾਡੀ ਜੁਆਇੰਟ ਫੈਮਿਲੀ ਆਈ ਤਾਂ ਉਹਦੇ ਵਿੱਚ ਅਸੀਂ ਐਡਜਸਟ ਕਰ ਲੈਂਦੇ ਸੀ। ਹਾਂਜੀ, ਅਤੇ ਉਸ ਵਕਤ ਕੀ ਤੁਹਾਨੂੰ ਪ੍ਰੋਬਲਮ ਆਈ ਵੇਚਣ ਦੇ ਵਿੱਚ, ਕਿਉਂਕਿ ਤੁਸੀਂ ਜਦੋਂ ਲੈ ਕੇ ਜਾਂਦੇ ਹੋਵੋਗੇ ਤਾਂ ਦੁਕਾਨਦਾਰਾਂ ਨੂੰ ਮਿਲਦੇ ਸੀ, ਕਿਵੇਂ ਵੇਚਦੇ ਸੀ, ਮੰਡੀ 'ਚ ਲੈ ਕੇ ਜਾਂਦੇ ਸੀ? ਜ਼ਿਆਦਾਤਰ ਉਸ ਸਮੇਂ ਜੀ ਖੁੰਭ ਦਾ ਲੋਕਾਂ ਨੂੰ ਥੋੜ੍ਹਾ ਜਿਹਾ ਜ਼ਿਆਦਾ ਘੱਟ ਨੌਲੇਜ ਸੀ, ਕਿਉਂਕਿ ਇੱਕ ਦੋ ਕਿਸਾਨ ਫਾਰਮਰ ਇੱਥੇ ਸਾਡੇ ਪਟਿਆਲੇ 'ਚ ਜਾਂ ਨਾਭੇ 'ਚ ਕੰਮ ਕਰਦੇ ਸੀ, ਨਾਭੇ 'ਚ ਇੱਕ ਦੋ ਫਾਰਮਰ ਕੰਮ ਕਰਦੇ ਸੀ, ਅਤੇ ਉਹਨਾਂ ਜ਼ਿਆਦਾਤਰ ਖੁੰਭ ਦਾ ਲੋਕਾਂ ਨੂੰ ਨਹੀਂ ਸੀ ਪਤਾ। ਅਤੇ ਹੌਲੀ ਅਸੀਂ ਜਦੋਂ ਦੁਕਾਨ ਵਾਲਿਆਂ ਨੂੰ ਦੱਸਣਾ ਜਾਂ ਕਿਸੇ ਵੀ ਅੱਗੇ ਗਾਹਕ ਨੂੰ ਵੀ ਦੇਣੀ, ਤਾਂ ਬੜੀ ਮੁਸ਼ਕਿਲ ਦੱਸ ਕੇ ਅਸੀਂ ਉਹਨਾਂ ਨੂੰ ਦਿੰਦੇ ਸੀ। ਫਿਰ ਹੌਲੀ ਹੌਲੀ ਚਲੋ ਏਰੀਏ 'ਚ ਪਤਾ ਲੱਗਣ ਲੱਗ ਗਿਆ ਵੀ ਬਡਵਾਲ 'ਚ ਵੀ ਖੁੰਭ ਪੈਦਾ ਹੁੰਦੀ ਆ, ਅਤੇ ਵਿਆਹਾਂ ਸ਼ਾਦੀਆਂ 'ਚ, ਵਿਆਹਾਂ 'ਚ, ਹੋਰ ਪ੍ਰੋਗਰਾਮਾਂ 'ਚ ਹੁਣ ਲੋਕ ਇੱਥੋਂ ਹੀ ਲੈ ਕੇ ਜਾਣ ਲੱਗੇ ਜੀ ਖੁੰਭ ਨੂੰ। ਪ੍ਰਦੀਪ ਜੀ, ਅਸੀਂ ਜਿਵੇਂ ਦੇਖਿਆ ਕਿ ਤੁਸੀਂ ਖੀਰਾ ਪੈਦਾ ਕਰ ਰਹੇ ਹੋ, ਤੁਸੀਂ ਮਸ਼ਰੂਮ ਪੈਦਾ ਕਰ ਰਹੇ ਹੋ, ਪਨੀਰੀਆਂ ਵੀ ਪੈਦਾ ਕਰ ਰਹੇ ਹੋ, ਆਲੂ ਵੀ ਤੁਸੀਂ ਉਗਾ ਰਹੇ ਹੋ। ਇਹ ਆਪਣੇ ਆਪ ਦੇ ਵਿੱਚ ਇਹ ਇੱਕ ਮਾਡਲ ਹੈ ਕਿ ਸਿਰਫ ਇੱਕੋ ਕਿਸਮ ਦੀ ਖੇਤੀ ਜਿਹੜੀ ਹੈ ਉਹ ਜਿਹੜੇ ਉਹਦੇ ਨਾਲ ਤੁਸੀਂ ਕਿਸਾਨ ਕਾਮਯਾਬ ਨਹੀਂ ਹੋ ਸਕਦਾ। ਸਾਨੂੰ ਕਈ ਕੁਝ ਕਰਨਾ ਪੈਂਦਾ ਹੈ ਤਾਂ ਕਿ ਸਾਰਾ ਸਾਲ ਤੁਸੀਂ ਇੱਕ ਤਾਂ ਰੁੱਝੇ ਰਹੋ, ਕੰਮ 'ਚ ਰਹੋ। ਤੁਹਾਡੇ ਇਸ ਮਾਡਲ ਨੂੰ ਕਿਸੇ ਕਿਸਾਨਾਂ ਨੇ ਹੋਰ ਨੇ ਵੀ ਅਪਣਾਇਆ, ਕਿਉਂਕਿ ਤੁਸੀਂ ਆਪਣੇ ਆਪ ਦੇ ਵਿੱਚ ਕਾਮਯਾਬ ਕਿਸਾਨ ਹੋ ਕਿ ਖੇਤੀ ਦੇ ਵਿੱਚ ਜੋ ਅੱਜ ਸੰਕਟ ਆ ਰਿਹਾ ਹੈ, ਕਹਿ ਰਹੇ ਨੇ ਕਿ ਖੇਤੀ ਬੜੇ ਘਾਟੇ 'ਚ ਜਾ ਰਹੀ ਹੈ, ਤੁਹਾਨੂੰ ਵੇਖ ਕੇ ਹੋਰਾਂ ਨੇ ਵੀ ਅਪਣਾਈ ਹੈ ਤੁਹਾਡੀ ਇਹ ਸਾਰੀ ਸਕੀਮ? ਦੇਖੋ ਜੀ, ਦੇਖ ਕੇ ਏਰੀਏ ਦੇ ਵਿੱਚ ਤਾਂ ਕਈ ਕਿਸਾਨ ਚੱਲੇ ਸੀ ਨਾਲ, ਪਰ ਨਾਲ ਉਹ ਕੋਈ ਮੁਸ਼ਕਲਾਂ ਕਰਕੇ ਜ਼ਿਮੀਂਦਾਰ ਛੱਡ ਜਾਂਦੇ ਨੇ ਜੀ। ਪਰ ਇਹ ਜਿਹੜਾ ਕੰਮ ਮਸ਼ਰੂਮ ਦਾ, ਖੇਤੀ ਦਾ, ਚਲੋ ਚਾਹੇ ਸਾਡੀ ਸਟਰਕਚਰ ਖੇਤੀ ਆ, ਕੋਈ ਵੀ ਆ ਕੰਮ ਤਾਂ ਹੈਗਾ ਔਖਾ ਵੀ, ਪਰ ਇਹਦੇ ਨਾਲ ਸਾਡੇ ਪਿੰਡ 'ਚ ਜ਼ਰੂਰ ਕਈ ਨੌਜਵਾਨ ਚੱਲੇ ਆ, ਉਹਨਾਂ ਨੇ ਆਪਣਾ ਅਲੱਗ ਵਿਸ਼ਾ, ਹਰੇਕ ਬੰਦੇ ਨੇ ਆਪਣਾ ਅਲੱਗ ਵਿਸ਼ਾ ਚੁਣ ਰੱਖਿਆ। ਕੋਈ ਬਾਗਾਂ ਵੱਲ ਆ ਗਿਆ, ਕੋਈ ਆਪਣੀ ਆਲੂ ਦੇ ਸੀਡ ਵੱਲ ਆ ਗਿਆ, ਕੋਈ ਹੋਰ ਤਰੀਕੇ ਦੇ ਨਾਲ ਵੀ ਸਾਡੇ ਪਿੰਡ 'ਚ ਜ਼ਰੂਰ ਕਿਸਾਨ ਚੱਲੇ ਨੇ। ਬਾਕੀ ਹੋਰ ਪਿੰਡਾਂ ਦੇ ਨੇੜੇ ਤੇੜੇ ਵੀ ਫਾਰਮਰ ਹੈਗੇ ਨੇ ਜਿਹੜੇ ਨਾਲ ਚੱਲੇ ਆ, ਜਿਵੇਂ ਖੁੰਭਾਂ ਦੀ ਖੇਤੀ ਦੇ ਨਾਲ 2-3 ਫਾਰਮਰ ਹੈਗੇ ਨੇ ਸਾਡੇ ਏਰੀਏ 'ਚ, ਜਿਹੜੇ ਉਹ ਮੇਰੇ ਤੋਂ ਕੰਪੋਸਟ ਲੈ ਜਾਂਦੇ ਨੇ ਅਤੇ ਆਪ ਤਿਆਰ ਕਰਦੇ ਨੇ ਜੀ ਉੱਥੋਂ, ਅਤੇ ਅੱਗੇ ਮਾਰਕੀਟਿੰਗ ਕਰਦੇ ਨੇ ਜੀ। ਇਹੋ ਜਿਹੇ ਕੋਈ ਵੀ ਕੰਮ ਹੈ, ਕਿਉਂਕਿ ਟੈਕਨੀਕਲ ਕੰਮ ਹੈ, ਤੁਸੀਂ ਦੇਖ ਰਹੇ ਹੋ ਕਿ ਇੱਥੇ ਜਿਹੜੀ ਹੈ ਉਹ ਪੋਲੀ ਹਾਊਸ ਬਣਿਆ ਹੋਇਆ, ਇੱਥੇ ਤੁਸੀਂ ਦੇਖੋਗੇ ਕਿ ਡ੍ਰਿਪ ਇਰੀਗੇਸ਼ਨ ਦਾ ਕੰਮ ਇੱਥੇ ਚੱਲ ਰਿਹਾ ਹੈ। ਫਿਰ ਇਹਨਾਂ ਨੂੰ ਖੀਰਿਆਂ ਨੂੰ ਉੱਪਰ ਚੜਾਉਣ ਵਾਸਤੇ ਇੱਕ ਸਟਰਕਚਰ ਬਣਾਉਣਾ ਪੈਂਦਾ, ਨੈਟਵਰਕ ਬਣਾਉਣਾ ਪੈਂਦਾ। ਇਸੇ ਤਰ੍ਹਾਂ ਖੁੰਭਾਂ ਬਾਰੇ ਵੀ ਅਸੀਂ ਦੇਖਦੇ ਹਾਂ ਕਿ ਉਹਨਾਂ ਦਾ ਸ਼ੈੱਡ ਬਣਨਾ ਪੈਂਦਾ। ਸ਼ੈੱਡ, ਟੈਂਪਰੇਰੀ ਸ਼ੈੱਡ, ਹਰ ਵਾਰੀ ਜਿਹੜੇ ਨਵੇਂ ਬਣਦੇ ਆ ਉਹ ਤੋੜੇ ਜਾਂਦੇ ਆ, ਬਣਾਉਣ ਵਾਲੇ ਬੰਦੇ ਬਾਹਰੋਂ ਆਉਂਦੇ ਆ। ਇਸ ਸਮੇਂ ਦੇ ਦੌਰਾਨ ਕਈਆਂ ਨੂੰ ਰੁਜ਼ਗਾਰ ਵੀ ਇਹਦੇ ਵਿੱਚ ਮਿਲ ਰਿਹਾ, ਲੇਕਿਨ ਕਿਉਂਕਿ ਟੈਕਨੀਕਲ ਕੰਮ ਹੈ, ਸਮੇਂ ਦੇ ਮੁਤਾਬਕ ਸਭ ਕੁਝ ਚੱਲਣਾ ਹੁੰਦਾ ਹੈ। ਫੁੱਲ ਆਉਣ ਤੋਂ ਪਹਿਲਾਂ ਕੀ ਕੰਮ ਹੈ, ਫੁੱਲ ਆਉਣ ਤੋਂ ਬਾਅਦ ਇਹਦੇ ਨੂੰ ਕਿਸ ਤਰ੍ਹਾਂ ਦੀ ਖੁਰਾਕ ਚਾਹੀਦੀ ਹੈ, ਇਹਦੇ ਲਈ ਬਹੁਤ ਜ਼ਰੂਰੀ ਹੈ ਕਿ ਵਿਗਿਆਨਕ ਤੌਰ 'ਤੇ ਟ੍ਰੇਨਿੰਗ ਲੈਣੀ। ਸੋ ਅਸੀਂ ਚਾਹਾਂਗੇ ਪ੍ਰਦੀਪ ਜੀ ਤੁਹਾਡੇ ਕੋਲੋਂ ਜਾਣਕਾਰੀ ਕਿ ਇਸ ਕੰਮ ਨੂੰ ਕਾਮਯਾਬ ਕਰਨ ਦੇ ਵਿੱਚ ਤੁਹਾਡੀ ਟ੍ਰੇਨਿੰਗ ਜਿਹੜੀ ਤੁਸੀਂ ਲਈ ਹੈ ਉਹਦਾ ਕਿੰਨਾ ਵੱਡਾ ਰੋਲ ਹੈ? ਇਹ ਤੁਹਾਡਾ ਸਵਾਲ ਬਹੁਤ ਵਧੀਆ ਜੀ। ਜੇ ਆਪਾਂ ਕੋਈ ਵੀ ਕੰਮ ਸਟਾਰਟ ਕਰਨਾ ਤਾਂ ਉਹਦੀ ਟ੍ਰੇਨਿੰਗ ਜ਼ਰੂਰੀ ਹੈ,
ਦੇਖੋ ਜਿਵੇਂ ਮੈਂ ਖੁੰਭਾਂ ਦੀ ਟ੍ਰੇਨਿੰਗ 2 ਲੈਤੀਆਂ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਤੋਂ। ਉਸ ਤੋਂ ਬਾਅਦ ਮੈਂ ਜਦੋਂ ਉਹਨੂੰ ਥੋੜ੍ਹਾ ਜਿਹਾ ਹੋਰ ਅੱਗੇ ਵਧਾਉਣਾ ਚੱਲਿਆ ਤਾਂ ਮੈਂ DMR ਸੋਲਨ ਰਿਸਰਚ ਕੇਂਦਰ ਹੈ ਜੀ, ਉਹਨਾਂ ਤੋਂ ਟ੍ਰੇਨਿੰਗ ਲੈਤੀ। ਉਸ ਤੋਂ ਬਾਅਦ ਮੈਨੇ ਇੱਕ ਟ੍ਰੇਨਿੰਗ ਪੋਲੀ ਹਾਊਸ ਦੀ ਲੈਤੀ ਮੈਂ ਪੂਨੇ ਤੋਂ, ਰਿਸਰਚ ਕੇਂਦਰ ਪੂਨੇ ਪੋਲੀ ਹਾਊਸ ਦਾ, ਉੱਥੋਂ ਟ੍ਰੇਨਿੰਗ ਲੈਤੀ। ਫਿਰ ਆਪਣੇ ਜਲੰਧਰ ਆ ਗਿਆ ਸੀ, ਉੱਥੋਂ 2 ਟ੍ਰੇਨਿੰਗਾਂ ਉੱਥੋਂ ਨੇ ਮੇਰੀਆਂ। ਅਤੇ ਮੇਨ ਕੰਮ ਇਹਦਾ ਜਿਹੜਾ ਖੀਰੇ ਦਾ ਉਹਦੇ ਵਿੱਚ ਹੋ ਗਿਆ, ਪੋਲੀ ਹਾਊਸ ਦਾ ਜਿਹੜਾ ਕੰਮ ਆ ਜੀ, ਇਹਦਾ pH ਲੈਵਲ ਤੁਸੀਂ ਪਹਿਲਾਂ ਮਿੱਟੀ ਟੈਸਟ ਕਰਵਾਓ, ਇਹ 'ਚ ਕਿੰਨੀ ਖਾਦ ਦੀ ਲੋੜ ਆ ਤੁਹਾਨੂੰ, ਉਹਦੇ ਰਿਕਾਰਡਿੰਗ ਤੁਸੀਂ ਖਾਦ ਪਾਉਣੀ ਆ। ਅਤੇ ਜਿਹੜੀ ਫਸਲ ਖੀਰੇ ਦੀ ਇਹਦੇ ਮੰਨ ਲਓ ਡੇਲੀ ਸਵੇਰੇ ਸ਼ਾਮ ਇਹਦੀ ਚੈਕਿੰਗ ਹੋਣੀ ਚਾਹੀਦੀ ਹੈ ਵੀ ਕਿਸ ਤਰ੍ਹਾਂ ਇਹਦੇ ਕੋਈ ਬਿਮਾਰੀ ਨਹੀਂ ਹੈਗੀ, ਕਿੰਨਾ ਤੁਸੀਂ ਫਰਟੀਲਾਈਜ਼ਰ ਡੇਲੀ ਦੇ ਰਹੇ ਹੋ, ਕਿੰਨਾ ਤੁਹਾਨੂੰ ਹੋਰ ਚਾਹੀਦਾ, ਕਿੰਨੇ ਤੱਤਾਂ ਦੀ ਲੋੜ ਆ। ਹਰ ਹਫਤੇ ਦਾ ਇੱਕ ਸ਼ਡਿਊਲ ਬਣਿਆ ਹੁੰਦਾ ਜੀ ਇਹਦਾ, ਜਿਹੜਾ ਉਹ ਡੇਲੀ ਦੇਣਾ ਪੈਂਦਾ ਜੀ ਇਸ ਨੂੰ। ਸੋ ਇਹ ਹੈ ਕਿ ਟ੍ਰੇਨਿੰਗ ਤੁਹਾਨੂੰ ਇਹਦੀ ਸਫਲਤਾ ਇਸ ਕੰਮ ਦੇ ਵਿੱਚ ਟ੍ਰੇਨਿੰਗ ਦਾ ਬਹੁਤ ਵੱਡਾ ਰੋਲ ਹੈ। ਹਾਂਜੀ, ਟ੍ਰੇਨਿੰਗ ਦਾ ਬਹੁਤ ਵੱਡਾ ਰੋਲ ਆ ਇਹਦੇ ਵਿੱਚ। ਬਾਕੀ ਮੇਰੇ ਬ੍ਰਦਰ ਸਾਹਿਬ ਨੇ ਵੱਡੇ, ਉਹ ਵੀ ਦੇਖ ਰਹੇ ਨੇ, ਜਿਵੇਂ ਟ੍ਰੇਨਿੰਗਾਂ ਮੇਰੀਆਂ ਨੇ ਅਤੇ ਖੇਤੀ ਦਾ ਕੰਮ ਜ਼ਿਆਦਾਤਰ ਉਹ ਵੀ। ਜੀ, ਸੋ ਟ੍ਰੇਨਿੰਗ ਕੋਈ ਵੀ ਕੰਮ ਤੁਸੀਂ ਕਰਨਾ ਹੈ ਤਾਂ ਟ੍ਰੇਨਿੰਗ ਬਹੁਤ ਜ਼ਰੂਰੀ ਹੈ। ਜਿਵੇਂ ਪ੍ਰਦੀਪ ਹੋਣਾ ਨੇ ਕਿਹਾ ਕਿ ਉਹਨਾਂ ਨੇ ਟ੍ਰੇਨਿੰਗ ਵੱਖ-ਵੱਖ ਕਿਸਮ ਥਾਂ ਤੋਂ ਲਈ ਹੈ। ਟ੍ਰੇਨਿੰਗ ਤੋਂ ਬਾਅਦ ਇਹਨਾਂ ਨੇ ਕਾਮਯਾਬੀ ਹਾਸਲ ਕੀਤੀ ਹੈ, ਤਸੱਲੀ ਹੈ ਇਹਨਾਂ ਦੀ। ਪਰ ਸਭ ਤੋਂ ਵੱਡਾ ਔਖਾ ਕੰਮ ਹੁੰਦਾ ਹੈ ਮਾਰਕੀਟਿੰਗ ਕਰਨ ਦਾ, ਅਤੇ ਉਹਦੇ ਵਿੱਚ ਬਹੁਤ ਸਾਰੀਆਂ ਏਜੰਸੀਆਂ ਨਾਲ ਜੁੜੀਆਂ ਨੇ, ਆੜ੍ਹਤੀਏ ਨੇ, ਗੌਰਮੈਂਟ ਹੈ, ਟੈਕਸ ਵਾਲੇ ਹੈ, ਬੜਾ ਕੁਛ ਹੈਗਾ। ਹੁਣ ਉਹਨਾਂ ਨਾਲ ਗੱਲ ਅਸੀਂ ਕਰਨੀ ਹੈ ਕਿ ਇਸ ਸਾਰੀ ਸਫਲਤਾ ਦੇ ਪਿੱਛੇ ਕਿਹਦਾ ਹੱਥ ਹੈ, ਕਿਉਂਕਿ ਇਕੱਲੇ ਵਿਅਕਤੀ ਦਾ ਕੰਮ ਨਹੀਂ ਹੈ, ਇਹਦੇ ਵਿੱਚ ਘਰ ਦੇ ਮੈਂਬਰ ਵੀ ਕੰਮ ਕਰਦੇ ਨੇ, ਦੋਸਤ ਮਿੱਤਰ, ਆਂਢੀ ਗੁਆਂਢੀ, ਔਰ ਖ਼ਾਸ ਤੌਰ 'ਤੇ ਸਰਕਾਰਾਂ ਬਹੁਤ ਸਾਰੀਆਂ ਸਕੀਮਾਂ ਲੈ ਕੇ ਆਉਂਦੀਆਂ ਨੇ। ਸੋ ਉਹਨਾਂ ਦਾ ਕੀ ਇਹਨਾਂ ਦੀ ਇਸ ਸਫਲਤਾ ਦੇ ਵਿੱਚ ਰਾਜ ਹੈ, ਕਿੰਨਾ ਦਾ ਸਹਿਯੋਗ ਹੈ? ਪ੍ਰਦੀਪ ਜੀ, ਸਾਨੂੰ ਇਸ ਬਾਰੇ ਥੋੜ੍ਹਾ ਜਿਹਾ ਦੱਸੋ। ਦੇਖੋ ਜੀ, ਪਹਿਲਾਂ ਤਾਂ ਸਾਡੀ ਫੈਮਿਲੀ ਦਾ ਇਸ 'ਤੇ ਬਹੁਤ ਬੜਾ ਯੋਗਦਾਨ ਆ ਜੀ। ਅਤੇ ਮੇਰੇ ਜਾਣੀ ਕਿ ਬ੍ਰਦਰ, ਅਸੀਂ 3 ਭਰਾ, ਜੁਆਇੰਟ ਫੈਮਿਲੀ ਹੈ ਸਾਰੀ ਉਹ। ਅਤੇ ਇੱਕ ਭਰਾ ਮੇਰਾ ਆਰਮੀ ਰਿਟਾਇਰ ਹੈ, ਉਹ ਵੀ 3 ਸਾਲ ਤੋਂ ਹੁਣ ਸਾਡੇ ਨਾਲ ਹੀ ਖੇਤੀ ਕਰ ਰਹੇ ਨੇ ਜੀ। ਅਤੇ ਪਹਿਲਾਂ ਅਸੀਂ 2 ਬ੍ਰਦਰ ਕਰਦੇ ਸੀ ਖੇਤੀ ਨਾਲ, ਉਹ ਆਰਮੀ ਰਿਟਾਇਰ ਹੋ ਕੇ ਜੀ, ਅਤੇ ਉਹ ਵੀ ਸਾਡੇ ਨਾਲ ਹੀ ਆ ਗਈ। ਅਤੇ ਬੱਚੇ ਹੋ ਗਏ ਹੁਣ ਸਾਡੇ ਨਾਲ, ਸਾਡੇ ਫੈਮਿਲੀ 'ਚ ਮੇਰੇ ਮਿਸਿਜ ਹੋਏ, ਭਾਬੀ ਜੀ ਹੋਏ ਸਾਰੇ, ਅਤੇ ਫਾਦਰ ਸਾਹਿਬ ਵੀ ਸਾਡੇ, ਮਦਰ ਸਾਹਿਬ ਵੀ, ਸਾਰੇ ਫੈਮਿਲੀ ਇਕਜੁੱਟ ਹੋ ਕੇ ਸਾਡਾ ਕੰਮ ਕਰਦੇ ਨੇ ਜੀ। ਅਤੇ ਦੂਜੀ ਗੱਲ, ਯੋਗਦਾਨ ਸਾਡਾ ਬਾਗਬਾਨੀ ਵਿਭਾਗ ਪਟਿਆਲਾ, ਜਿਹੜਾ ਸਾਨੂੰ ਟਾਈਮ ਸਿਰ ਮਾਲੀ ਮਦਦ ਦਿੱਤੀ ਹੈ। ਜਿਵੇਂ ਮੈਂ ਕੰਪੋਸਟ ਯੂਨਿਟ ਲਾਇਆ ਜੀ, ਉਹਦੇ ਵਿੱਚ ਵੀ ਉਹਨਾਂ ਨੇ 8 ਲੱਖ ਦੀ ਸਬਸਿਡੀ ਦਿੱਤੀ ਹੈ ਸਾਨੂੰ। ਇਹ ਬਾਕੀ ਇੰਟਰਨਲ ਜਿਹੜਾ ਆਪਾਂ ਪੋਲੀ ਹਾਊਸ ਦੇਖਿਆ, ਇਹਦੇ ਵਿੱਚੋਂ ਵੀ ਇਹਨਾਂ ਨੇ ਸਾਨੂੰ 6,30,000 ਦੀ ਸਬਸਿਡੀ ਦਿੱਤੀ ਹੈ। ਅਤੇ ਸੁਰੰਗਾਂ ਆਪਾਂ ਜਿਹੜੀਆਂ ਲੋਅ ਕਾਸਟ ਸੁਰੰਗ ਕਹਿੰਦੇ ਨੇ, ਜਿਵੇਂ ਪਨੀਰੀਆਂ ਤਿਆਰ ਕਰਦੇ ਹਾਂ ਅਸੀਂ, ਜਿਹਦੇ ਵਿੱਚ ਉਹ 'ਤੇ ਲੋਅ ਟਨਲ ਪੈਂਦਾ ਜੀ, ਉਸ 'ਤੇ ਵੀ। ਅਤੇ ਸਾਡੇ ਡਾਇਰੈਕਟਰ ਸਵਰਨ ਸਿੰਘ ਮਾਨ ਨੇ ਜਿਹੜੇ, ਉਹ ਬਕਾਇਦਾ ਇੱਥੇ ਆ ਕੇ ਵੀ ਗੇੜਾ ਮਾਰ ਜਾਂਦੇ ਨੇ, ਅਤੇ ਉਹ ਦੇਖਦੇ ਰਹਿੰਦੇ ਆ। ਅਤੇ ਮਦਦ ਤਾਂ ਜ਼ਰੂਰ ਸਾਨੂੰ ਮਿਲੀ ਆ ਸਰਕਾਰ ਵੱਲੋਂ ਜੀ। ਪ੍ਰਦੀਪ ਜੀ, ਕਿਸਾਨ ਪੈਦਾ ਸਭ ਕੁਝ ਕਰ ਲੈਂਦਾ, ਪਰ ਉਹਦੀ ਸਭ ਤੋਂ ਵੱਡੀ ਸਮੱਸਿਆ ਇਹ ਹੁੰਦੀ ਹੈ ਕਿ ਉਹਨੇ ਮਾਰਕੀਟ 'ਚ ਕਿਵੇਂ ਲੈ ਕੇ ਜਾਣਾ, ਕਿਉਂਕਿ ਬਹੁਤ ਸਾਰਾ ਸਮਾਂ ਲੱਗ ਜਾਂਦਾ ਖੇਤੀ ਦੇ ਵਿੱਚ, ਉਤਪਾਦਨ ਕਰਨ ਦੇ ਵਿੱਚ, ਲੇਕਿਨ ਮਾਰਕੀਟ ਦੇ ਵਿੱਚ ਜਾ ਕੇ ਵੀ ਇੱਕ ਵੱਖਰਾ ਪੂਰਾ ਕੰਮ ਹੈ। ਉਹ ਤੁਸੀਂ ਇਹ ਸਾਰੇ ਕੰਮ ਦੇ ਲਈ, ਜਿਹਦੇ ਵਿੱਚ ਖੀਰਾ ਵੀ ਹੈ, ਤੁਹਾਡੇ ਆਲੂ ਹੈ, ਫਿਰ ਉਹਦੇ ਵਿੱਚ ਪਨੀਰੀਆਂ ਨੇ, ਇਹ ਖੁੰਬਾਂ ਨੇ, ਇਹਦੇ ਲਈ ਮਾਰਕੀਟਿੰਗ ਜਿਹੜੀ ਆ ਉਹ ਤੁਸੀਂ ਕਿਵੇਂ ਮੈਨੇਜ ਕੀਤੀ ਹੈ? ਮਾਰਕੀਟ ਦਾ ਜੀ ਇਸ ਤਰ੍ਹਾਂ, ਜਿਵੇਂ ਹੁਣ ਮਾਰਕੀਟ ਦੇ ਵਿੱਚ ਅਸੀਂ 2 ਬ੍ਰਦਰ ਆ, ਜਿਵੇਂ ਨਰਸਰੀ ਦੀ ਮਾਰਕੀਟ ਆ ਜਿਹੜੀ ਟੋਟਲ ਪੰਜਾਬ ਦੀ, ਹਰਿਆਣਾ, ਯੂਪੀ ਤੱਕ ਦੀ ਜਿਹੜੀ ਟੋਟਲ ਮਾਰਕੀਟ ਆ, ਉਹ ਮੈਨੇ ਕਰਨੀ ਆ ਜੀ। ਅਤੇ ਤਿਆਰ ਨਰਸਰੀ ਵੀ ਬ੍ਰਦਰ ਸਾਹਿਬ ਦੇਖਦੇ ਨੇ। ਜਿਹੜੀ ਖੀਰੇ ਦੀ, ਖੁੰਭ ਦੀ ਜਾਂ ਹੋਰ ਸਬਜ਼ੀ ਦੀ ਮਾਰਕੀਟਿੰਗ ਆ, ਉਹ ਬ੍ਰਦਰ ਮੇਰੇ ਬੜੇ ਵੀਰ ਜੀ ਸਿਕੰਦਰ ਸਿੰਘ ਨੇ, ਉਹ ਕਰਦੇ ਨੇ ਜੀ। ਅਤੇ ਮੰਡੀ, ਲੋਕਲ ਮੰਡੀਆਂ ਦਾ ਸਾਰਾ ਉਹ ਦੇਖਦੇ ਨੇ, ਬਾਹਰਲਾ ਅਸੀਂ ਆਪਦੇ। ਬਾਕੀ ਜਿਹੜੀ ਪ੍ਰੋਬਲਮ ਦੀ ਗੱਲ ਆ ਜੀ, ਤੁਸੀਂ ਕਹਿੰਦੇ ਹੋ, ਇਸ ਓਪਨ ਮਾਰਕੀਟ ਦੇ ਵਿੱਚ ਪ੍ਰੋਬਲਮਾਂ ਕਾਫੀ ਆਉਂਦੀਆਂ ਨੇ, ਹਰੇਕ ਬੰਦੇ ਨੂੰ ਪ੍ਰੋਬਲਮ ਆਉਂਦੀ ਹੈ ਜੀ। ਜਿਵੇਂ ਉਸ ਤੋਂ ਪਨੀਰੀਆਂ ਦੀ ਗੱਲ ਕਰ ਲਈਏ, ਅਸੀਂ ਅੱਗੇ ਕਸਟਮਰਾਂ ਨੂੰ ਮਿਲਣਾ, ਉਹਨਾਂ ਨੂੰ ਸਮਝਾਉਣਾ, ਦੱਸਣਾ ਵੀ ਸਾਡੀ ਨਰਸਰੀ ਇਸ ਤਰ੍ਹਾਂ ਅਸੀਂ ਪੋਲੀ ਹਾਊਸ 'ਚ ਤਿਆਰ ਕਰਦੇ ਹਾਂ, ਜਾਂ ਅੱਗੇ ਵੀ ਕਈ ਨੂੰ ਯੂਪੀ ਦੇ ਵਿੱਚ ਇਸ ਤਰ੍ਹਾਂ ਵੀ ਬੰਦੇ ਆ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ, ਉਹਨੂੰ ਸਾਰੀ ਗੱਲ ਅੱਗੇ ਗਾਈਡੈਂਸ ਕਰਨੀ ਆ। ਅੱਗੇ ਵੀ ਅਸੀਂ ਜਾ ਕੇ ਉਹਨਾਂ ਨੂੰ, ਜਿਵੇਂ ਮਿਰਚ ਦੀ ਆ ਤਿਆਰ ਹੋ ਗਈ, ਉਹਨਾਂ ਨੂੰ ਵੱਖ-ਵੱਖ ਦਵਾਈਆਂ, ਸਪਰੇਹਾਂ, ਖਾਦਾਂ ਵਗੈਰਾ ਦੱਸਦੇ ਰਹਿੰਦੇ ਹਾਂ। ਅਸੀਂ ਆਪ ਫੀਲਡ ਚੈੱਕ ਕਰਦੇ ਹਾਂ।
ਤੇ ਸਾਰਾ ਕੁਝ ਅਸੀਂ ਆਪਦੇ ਹੇਠ ਆਪਦੇ ਦੇਖ ਰੇਖ ਹੇਠ ਹੀ ਕਰਦੇ ਹਾਂ ਜੀ। ਕਦੇ ਮਾਰਕੀਟ ਦੇ ਵਿੱਚ ਜਾਂ ਪਨੀਰੀਆਂ ਦੇ ਵਿੱਚ ਜਦੋਂ ਤੁਸੀਂ ਬਾਹਰਲੇ ਸੂਬਿਆਂ 'ਚ ਵੀ ਜਾਂਦੇ ਹੋ, ਕਦੇ ਨੁਕਸਾਨ ਹੋਇਆ, ਪੈਸਾ ਮਰਿਆ ਕਦੇ? ਦੇਖੋ ਜੀ, ਇਹ ਜ਼ਰੂਰ ਤੁਹਾਡੀ ਗੱਲ ਸਹੀ ਆ, ਪੈਸਾ ਮਰਿਆ ਵੀ ਬਹੁਤ ਆ, ਪੈਸਾ ਮਰਿਆ ਬਹੁਤ ਹੈ ਜੀ ਇਹਦੇ ਵਿੱਚ। ਹੁਣ ਇਸ ਤਰ੍ਹਾਂ ਮੰਨ ਲਓ ਅੱਜ ਅਸੀਂ ਪਨੀਰੀ ਦੇਤੀ, ਕਈ ਕਿਸਾਨ ਆਏ ਦੇ ਆ ਕਹਿੰਦੇ ਜੀ ਵੀ ਚਲੋ ਅਸੀਂ ਤੁਹਾਨੂੰ 2 ਮਹੀਨੇ ਤੱਕ 1 ਮਹੀਨੇ ਤੱਕ ਪੇਮੈਂਟ ਦੇ ਦਾਂਗੇ। ਅੱਗੇ ਫਸਲ ਦਾ ਮੰਦਾ ਇੰਨਾ ਆ ਜਾਂਦਾ ਵੀ ਉਹ ਕਿਸਾਨ ਪੈਸਾ ਨਹੀਂ ਦੇ ਸਕਦਾ, ਪਰ ਉਹਦੇ ਵਿੱਚ ਸਾਨੂੰ ਹਰਜਾ ਮਰਜਾ ਚੱਲਣਾ ਪੈਂਦਾ ਜੀ। ਅਤੇ ਪੈਸਾ ਮੰਨ ਲਓ ਕਈ ਵਾਰ ਵੈਰਾਈਟੀ ਦੇ ਫਰਕ ਪੈ ਜਾਂਦਾ, ਵਾਇਰਸ ਆ ਗਿਆ ਜਾਂ ਕੁਦਰਤੀ ਆਫਤ ਆ ਗਈ ਉਸ 'ਤੇ, ਤਾਂ ਉੱਥੇ ਵੀ ਕਈ ਵਾਰ ਕਿਸਾਨ ਪੈਸਾ ਨਹੀਂ ਦਿੰਦੇ ਜੀ। ਪ੍ਰਦੀਪ ਜੀ, ਜਿਹੜਾ 2020 ਦੇ ਵਿੱਚ ਲੋਕਡਾਊਨ ਲੱਗਿਆ ਸੀ ਮਾਰਚ ਦੇ ਵਿੱਚ, ਉਸ ਸਮੇਂ ਅਸੀਂ ਦੇਖਿਆ ਕਿ ਖੁੰਭਾਂ ਦਾ ਮੌਸਮ ਸੀ। ਉਸ ਵਕਤ ਕਿੰਨਾ ਕੁ ਨੁਕਸਾਨ ਹੋਇਆ ਸੀ? ਉਹ ਤਾਂ ਜੀ ਸਾਨੂੰ ਕਾਫੀ ਨੁਕਸਾਨ ਹੋਇਆ ਖੁੰਭ ਦਾ। ਉਹਦੇ ਵਿੱਚ ਇਸ ਤਰ੍ਹਾਂ ਸੀ ਜਿਵੇਂ ਜਦੋਂ ਇੱਕ ਤਾਂ ਕੁੱਲ ਫੰਕਸ਼ਨ ਰੁਕ ਗਿਆ, ਕਰੋਨਾ ਦੇ ਲੋਕਡਾਊਨ ਦੇ ਵਿੱਚ ਸਾਡਾ ਘੱਟੋ ਘੱਟ 5-6 ਲੱਖ ਰੁਪਏ ਦਾ ਨੁਕਸਾਨ ਆ ਗਿਆ। ਜਿਹੜੀ ਸਾਡੀ ਬੱਚਤ ਸੀ, ਜਿਵੇਂ 700 ਕੁਇੰਟਲ ਮਿਲ ਜਾਵੇ ਤੂੜੀ ਸੀ, ਜਿਹੜੀ ਬੱਚਤ ਸੀ ਸਾਡੀ, ਅਤੇ ਉਹ ਲੋਕਡਾਊਨ ਹੀ ਲੈ ਕੇ ਬਹਿ ਗਿਆ ਜੀ। ਅਤੇ ਉਹਦੇ ਵਿੱਚ ਇਸ ਤਰ੍ਹਾਂ ਵੀ ਉਹ ਲੋਕਲ ਆਦਮੀ ਉਹਨੂੰ ਘੱਟ ਖਾਂਦਾ, ਅਤੇ ਸਾਡਾ ਜ਼ੋਰ ਬਹੁਤ ਹੀ ਮਸ਼ਰੂਮ ਦਾ ਉਦੋਂ ਕੁਆਂਟਲ 2 ਕੁਆਂਟਲ ਡੇਲੀ ਹੁੰਦੀ ਸੀ। ਮੰਨ ਲਓ ਅਸੀਂ ਜਿਵੇਂ ਪਟਿਆਲਾ, ਮਰੇਕੋਟਲਾ, ਲੁਧਿਆਣਾ, ਖੰਨਾ ਮੰਡੀ, ਨਾਭਾ ਇੱਥੇ ਜਾਂਦੇ ਸੀ, ਅਤੇ ਉਦੋਂ ਸਾਡੇ ਰੋਕ ਲੱਗ ਗਈ, ਮੰਡੀਆਂ ਬੰਦ ਹੋ ਗਈਆਂ ਜੀ। ਮੰਡੀਆਂ ਬੰਦ ਹੋਣ ਕਰਕੇ ਅਤੇ ਅੱਗੇ ਵੀ ਗਾਹਕ ਨਹੀਂ ਸੀ ਖਰੀਦਦਾ, ਕਿ ਅੱਗੇ ਵੀ ਵੇਚ ਬਹੁਤ ਘੱਟ ਸੀ, ਉਹਦੇ ਕਰਕੇ ਨੁਕਸਾਨ ਸਾਨੂੰ ਇਹ ਮੰਨ ਲਓ ਤੁਸੀਂ ਅਸੀਂ ਖੁੰਭ ਸਾਡੇ ਇੱਕ ਤਰ੍ਹਾਂ ਦਾ ਇਹ ਹੋ ਗਿਆ ਵੀ ਬਿਲਕੁਲ ਹੀ ਖ਼ਤਮ ਹੋ ਗਿਆ ਸੀਗਾ। ਹਾਂਜੀ, ਦੇਖੋ, ਕੰਮ ਕੋਈ ਵੀ ਕਰੋ ਉਹਦੇ ਵਿੱਚ ਘਾਟਾ ਵਾਧਾ ਤਾਂ ਹੁੰਦਾ ਹੀ ਰਹਿੰਦਾ ਹੈ, ਕਿਉਂਕਿ ਖਾਸ ਤੌਰ 'ਤੇ ਖੇਤੀ ਜੋ ਕਿ ਹੈ ਇਹ ਕੁਦਰਤ 'ਤੇ ਨਿਰਭਰ ਹੈ। ਕਈ ਵਾਰੀ ਉੱਪਰੋਂ ਕੁਦਰਤੀ ਮਾਰ ਪੈ ਜਾਂਦੀ ਹੈ, ਔਰ ਕਰੋਨਾ ਦੀ ਵੀ ਮਾਰ ਇਸ ਤਰ੍ਹਾਂ ਹੀ ਆ ਕੇ ਪਈ। ਲੇਕਿਨ ਹੁਣ ਅਸੀਂ ਗੱਲ ਇਹਨਾਂ ਨਾਲ ਇਹ ਕਰਨੀ ਆ, ਕਿਉਂਕਿ ਇੰਨਾ ਕੁਝ ਹੋਣ ਦੇ ਬਾਵਜੂਦ ਇਹ ਕੰਮ ਕਰ ਰਹੇ ਨੇ, ਅੱਗੇ ਵਧ ਰਹੇ ਨੇ, ਔਰ ਆਪਣੇ ਆਪ ਨੂੰ ਸੰਤੁਸ਼ਟ ਮੰਨਦੇ ਆ। ਕੋਈ ਵੀ ਕਿਸਾਨ ਜਦੋਂ ਕੋਈ ਨਵਾਂ ਕੰਮ ਸ਼ੁਰੂ ਕਰਦਾ ਹੈ ਤਾਂ ਉਹ ਦੇਖਦਾ ਹੈ ਕਿ ਜੋ ਪਹਿਲਾਂ ਰਵਾਇਤੀ ਖੇਤੀ ਚੱਲ ਰਹੀ ਹੈ ਝੋਨੇ ਅਤੇ ਕਣਕ ਦੀ, ਕੀ ਉਸ ਤੋਂ ਆਮਦਨ ਵਧੇਗੀ, ਕੀ ਖਰਚਾ ਘਟੇਗਾ, ਕੀ ਸੌਖ ਹੋਏਗੀ, ਕੀ ਭਵਿੱਖ ਜਿਹੜਾ ਉਹ ਸੁਰੱਖਿਅਤ ਹੋਏਗਾ। ਸੋ ਪ੍ਰਦੀਪ ਜੀ, ਸਾਡੇ ਸੁਣਨ ਵਾਲਿਆਂ ਨੂੰ ਤੁਸੀਂ ਦਰਸ਼ਕਾਂ ਨੂੰ ਇਹ ਦੱਸੋ ਕਿ ਅਗਰ ਕਿਸਾਨ ਕੋਈ ਰਵਾਇਤੀ ਖੇਤੀ ਛੱਡ ਕੇ ਤੁਹਾਡੇ ਵਾਂਗੂ ਕੋਈ ਵੀ ਕੰਮ ਹੋਰ ਸ਼ੁਰੂ ਕਰਦਾ, ਖਾਸ ਤੌਰ 'ਤੇ ਖੁੰਭਾਂ ਦਾ ਹੈ, ਖੀਰਿਆਂ ਦਾ ਹੈ, ਪਨੀਰੀ ਦਾ ਹੈ, ਆਲੂਆਂ ਦਾ ਹੈ, ਬਦਲਦਾ ਕੁਛ, ਤਾਂ ਕਿੰਨਾ ਕੁ ਆਮਦਨ ਦਾ ਫਰਕ ਪੈ ਸਕਦਾ ਹੈ? ਦੇਖੋ ਬੜੈਂ ਸਾਹਿਬ, ਆਪਾਂ ਪਹਿਲਾਂ ਵੀ ਇਹ ਗੱਲ ਕਰੀ ਆ ਇਹਦੇ ਵਿੱਚ ਵੀ ਜੇ ਬੰਦਾ ਕੰਮ ਕਰਨਾ ਚਾਹੁੰਦਾ, ਪਹਿਲਾਂ ਤਾਂ ਸਭ ਤੋਂ ਪਹਿਲਾਂ ਉਹ ਆਪਣੀ ਟ੍ਰੇਨਿੰਗ ਲਵੇ। ਉਸ ਤੋਂ ਬਾਅਦ ਜੇ ਕੰਮ ਕਰਨਾ, ਜਿਵੇਂ ਖੀਰੇ ਦਾ ਕੰਮ ਕਰਨਾ, ਤਾਂ ਛੋਟਾ ਪ੍ਰੋਜੈਕਟ ਲਾਵੇ, ਉਹ ਤੋਂ ਕੰਮ ਸਟਾਰਟ ਕਰੇ। ਮੈਂ ਦੇਖਿਆ ਕਈ ਵਾਰ ਸਭ ਤੋਂ ਵੀ ਪਹਿਲਾਂ ਬੜੇ ਪ੍ਰੋਜੈਕਟ ਲੱਗੇ ਹੋਏ ਨੇ, 2-2 ਕਿੱਲਿਆਂ ਦੇ, 1-1 ਕਿੱਲੇ ਦੇ ਪੋਲੀ ਹਾਊਸ ਦੇ ਪ੍ਰੋਜੈਕਟ ਲੱਗੇ ਨੇ, ਪਰ ਅੱਜ ਕੱਲ੍ਹ ਉਹ ਬਿਲਕੁਲ ਫੇਲ ਹੋ ਗਏ, ਸਟਰਕਚਰ ਪੱਟੇ ਗਏ ਆ, ਅਤੇ ਉੱਥੇ ਉਹ ਆ ਵੀ ਉਹਦੀ ਜਾਣਕਾਰੀ ਦੀ ਘਾਟ ਕਾਰਨ ਹੀ ਉਹ ਪੱਟੇ ਗਏ ਆ। ਅਤੇ ਕਿਉਂ ਕਿਸਾਨ ਲਾ ਲੈਂਦਾ, ਉਹ ਕਿਸ ਤਰ੍ਹਾਂ ਵੀ ਕੋਈ ਕੰਪਨੀਆਂ ਲਾ ਕੇ ਉਹਨੂੰ ਦੱਸਦਾ ਵੀ ਆ ਇਹ 'ਤੇ ਇੰਨਾ ਪੈਸਾ ਲੱਗਣਾ ਅਤੇ ਤੈਨੂੰ ਇੰਨੀ ਆਮਦਨ ਹੋ ਜਾਂਦੀ ਆ, ਪਰ ਉਹ ਆਮਦਨ ਆਪਣੇ ਮੌਸਮ ਦੇ ਰਿਕਾਰਡਿੰਗ ਨਹੀਂ ਹੁੰਦੀ। ਆਪਣੇ ਟੈਂਪਰੇਚਰ ਅਪ ਡਾਊਨ ਵੱਧਦਾ ਰਹਿੰਦਾ, ਅਤੇ ਉਹਦੇ ਰਿਕਾਰਡਿੰਗ, ਪਰ ਜੇ ਤੁਸੀਂ ਇਹਨੂੰ ਸਹੀ ਚੰਗੀ ਤਰ੍ਹਾਂ ਮੇਨਟੇਨ ਕਰਦੇ ਹੋ, ਪਰ ਇਹ ਤੁਹਾਨੂੰ ਫਸਲ ਬਹੁਤ ਵਧੀਆ ਰਹਿੰਦੀ ਹੈ। ਇਹਦੇ ਵਿੱਚ ਫਰਕ 1 ਕਿੱਲੇ ਦਾ ਝੋਨੇ ਤੇ ਕਣਕ ਦੇ ਮੁਤਾਬਕ ਜੇ ਅਸੀਂ ਸਮਝੀਏ, ਜੇ ਝੋਨਾ ਮੁਤਾਬਕ ਤੁਸੀਂ 5 ਏਕੜ, 1 ਏਕੜ ਇੱਕ ਬਰਾਬਰ ਆ ਜਾਊਗਾ ਜੀ, ਇੰਨਾ ਫਰਕ ਹੈਗਾ। ਤੇ ਇਹਦੇ ਵਿੱਚ ਜੀ ਬੜੈਂ ਸਾਹਿਬ, ਇਹਦੇ ਵਿੱਚ ਐਂ ਆ ਵੀ ਆਪਾਂ 2 ਕਰੋਪ ਲੈ ਸਕਦੇ ਹਾਂ ਖੀਰੇ ਦੀਆਂ, ਅਤੇ ਸ਼ਿਮਲਾ ਮਿਰਚ ਦੀ ਵੀ 2 ਕਰੋਪ। ਜੇ ਤੁਸੀਂ ਕਲਰ ਸ਼ਿਮਲਾ ਮਿਰਚ ਕਰਦੇ ਹੋ ਤਾਂ ਉਹਦੀ 1 ਕਰੋਪ ਆਊਗੀ, ਉਹਦੇ ਨਾਲ ਤੁਹਾਨੂੰ ਖੀਰੇ ਦੀ ਨਾਲ ਜੁਆਇੰਟ ਕਰਨੀ ਪੈਣੀ। ਪ੍ਰਦੀਪ ਜੀ, ਇੱਕ ਗੱਲ ਕਹੀ ਜਾਂਦੀ ਹੈ ਕਿ ਸਾਡੇ ਮੁੰਡੇ ਜਿਹੜੇ ਆ ਉਹ ਕੰਮ ਕਰਨਾ ਛੱਡ ਗਏ ਹੋਏ ਆ, ਵਿਹਲੇ ਰਹਿੰਦੇ ਆ। ਲੋਕ ਵੀ ਕਹਿੰਦੇ ਜੀ ਪੰਜਾਬ ਦੀ ਖੇਤੀ ਇਸ ਕਰਕੇ ਡਾਊਨ ਜਾ ਰਹੀ ਹੈ ਕਿ ਇਹ ਅੱਜ ਕੱਲ੍ਹ ਮੌਜ ਮਸਤੀ 'ਚ ਹੋਇਆ। ਇਹ ਗੱਲ ਕਿੱਥੋਂ ਕੁ ਤੱਕ ਠੀਕ ਹੈ? ਨਹੀਂ ਬੜੈਂ ਸਾਹਿਬ, ਇਹ ਗੱਲ ਆ ਵੀ ਕੁਛ ਏਰੀਏ ਹੱਦ ਤੱਕ ਆਪਾਂ ਕਹਿ ਸਕਦੇ ਹਾਂ, ਪਰ ਸਾਡੇ ਏਰੀਏ 'ਚ ਨਵੇਂ ਮੁੰਡੇ ਜਿਹੜੇ ਕੰਮ ਵਧੀਆ ਕਰ ਰਹੇ ਆ, ਅਤੇ ਹਰ ਫਾਰਮਰ ਜਿੱਥੇ ਉਹਨਾਂ ਦਾ ਸੈਟਅਪ ਹੋ ਰਿਹਾ ਆਪਣਾ, ਉੱਥੇ ਕਰ ਰਹੇ ਆ ਜੀ। ਪਰ ਇਹ ਨਹੀਂ ਵੀ ਕੁਛ ਹੱਦ ਤੱਕ ਆਪਾਂ ਇਹ ਸਕਦੇ ਹਾਂ ਵੀ ਸਰਕਾਰਾਂ ਵੀ ਇਸ ਵਿਸ਼ੇ 'ਤੇ ਕੁਛ ਹੱਦ ਤੱਕ ਗਲਤ ਜ਼ਿੰਮੇਵਾਰ ਹੈਗੀਆਂ। ਤੁਹਾਨੂੰ ਕੀ ਲੱਗਦਾ ਸਰਕਾਰਾਂ ਦੀ ਗਲਤੀ ਕਿੱਥੇ ਹੈ?
ਦੇਖੋ ਜੀ, ਇਹ ਇੱਕ ਤਾਂ ਇਹ ਮੰਨ ਲਓ ਚਲੋ ਇੱਕ ਨਵਾਂ ਬੰਦਾ ਕੰਮ ਸਟਾਰਟ ਕਰਦਾ, ਕੋਈ ਵੀ ਇੱਕ ਬੰਦਾ ਕੰਮ ਸਟਾਰਟ ਕਰਦਾ, ਉਹ ਨਾ ਆਪਣਾ ਇੰਨਾ ਉਹਨੂੰ ਚਾਹ ਹੁੰਦਾ ਵੀ ਮੈਨੇ ਨਵੀਂ ਖੇਤੀ ਸ਼ੁਰੂ ਕੀਤੀ ਆ, ਉਹਨੂੰ ਮਾਰਕੀਟ 'ਚ ਰੇਟ ਨਹੀਂ ਮਿਲਦਾ, ਉਹਨੂੰ ਰੇਟ ਨਹੀਂ ਮਿਲਣ ਕਰਕੇ ਫਿਰ ਉਹ ਥੱਕ ਜਾਂਦਾ, 1 ਸਾਲ 'ਚ ਥੱਕ ਜਾਂਦਾ ਉਹ। ਉਹਦੇ 'ਚ ਸਰਕਾਰ ਕੀ ਕਰ ਸਕਦੀ ਹੈ? ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਸਰਕਾਰਾਂ ਦਾ ਬਹੁਤ ਵੱਡਾ ਰੋਲ ਹੈ ਖੇਤੀ ਨੂੰ ਖੜੇ ਕਰਨ ਦੇ ਵਿੱਚ, ਨਵੇਂ ਕੰਮ ਨੂੰ ਖੜਾ ਕਰਨ ਦੇ ਵਿੱਚ। ਨਹੀਂ, ਉਹਦੇ ਵਿੱਚ ਐਂ ਬੜਾ ਸਮਝੋ, ਮੰਨ ਲਓ ਇੱਕ ਕੋਈ ਬੰਦਾ ਅੱਜ ਦੀ ਘੜੀ 'ਚ ਇੱਕ ਤਾਂ ਆਲੂ ਤੁਸੀਂ ਦੇਖ ਲਓ, ਪਹਿਲਾਂ 20 ਰੁਪਏ ਕਿਲੋ 50 ਰੁਪਏ ਕਿਲੋ ਤੱਕ ਵੀ ਵਿਕਿਆ, ਹੁਣ ਉਹੀ ਆਲੂ ਆ ਕਿਸਾਨ ਦਾ 70 ਰੁਪਏ ਕਿਲੋ ਵਿਕ ਰਿਹਾ। ਤਾਂ ਇੱਥੇ ਇਹਨਾਂ ਨੂੰ ਕੁਛ ਨਾ ਕੁਛ ਕਰਨਾ ਪੈ ਸਕਦਾ ਵੀ ਚਲੋ ਕੋਈ ਵੀ ਖੀਰਾ ਵੀ ਆਪਾਂ ਲਾ ਲਓ, ਕੋਈ ਵੀ ਸਬਜ਼ੀ ਲਾ ਲਓ, ਕਿਤੇ 2 ਰੁਪਏ ਕਿਲੋ ਵਿਕਣੀ ਆ, ਕਿਤੇ 50 ਰੁਪਏ ਕਿਲੋ ਵਿਕਦੀ ਆ। ਇੱਥੇ ਥੋੜ੍ਹਾ ਜਿਹਾ ਅੰਤਰ ਬਹੁਤ ਜ਼ਿਆਦਾ ਹੁੰਦਾ ਜੀ। ਤੁਸੀਂ ਲੰਮੇ ਸਮੇਂ ਤੋਂ ਕਰ ਰਹੇ ਹੋ ਖੇਤੀ, 2005 ਤੋਂ ਤੁਸੀਂ ਇਹ ਦੂਸਰੇ ਪਾਸੇ ਆਏ ਹੋ ਰਵਾਇਤੀ ਖੇਤੀ ਨੂੰ ਛੱਡ ਕੇ। ਜੇ ਤੁਹਾਨੂੰ ਇੱਕ ਸ਼ਬਦ ਵਿੱਚ ਜਾਂ ਇੱਕ ਵਾਕ ਵਿੱਚ ਪੁੱਛਣਾ ਹੋਵੇ ਕਿ ਕਿੰਨੇ ਕੁ ਸੰਤੁਸ਼ਟ ਹੋ ਰਵਾਇਤੀ ਖੇਤੀ ਤੋਂ ਹਟ ਕੇ ਹੁਣ ਵਾਲੀ ਖੇਤੀ ਦੇ ਨਾਲ? ਉਹ ਪਹਿਲਾਂ ਰਵਾਇਤੀ ਖੇਤੀ ਮੇਰੇ ਫਾਦਰ ਸਾਹਿਬ ਉਹਨੇ ਕਰਦੇ ਸੀ, ਅਤੇ ਉਹਨਾਂ ਦਾ ਚਲੋ ਮੈਨੂੰ ਇੰਨਾ ਉਹ ਨਹੀਂ ਸੀ, ਪਰ ਮੈਂ ਪੂਰਾ ਸੰਤੁਸ਼ਟ ਹਾਂ। ਮੈਂ ਆਪਦੀ ਖੇਤੀ 'ਚ ਇੱਕ ਤਾਂ ਸਾਲ ਭਰ ਆਮਦਨ ਆਉਂਦੀ ਆ, ਡੇਲੀ ਦਾ ਪੈਸਾ ਆਉਂਦਾ, ਅਤੇ ਬੱਚੇ ਵੀ ਵਧੀਆ ਪੜ੍ਹ ਰਹੇ ਨੇ, ਅਤੇ ਹੋਰ ਵੀ ਅਸੀਂ ਸੰਦ ਵਧੀਆ ਬਣਾ ਲਏ ਆ, ਜ਼ਮੀਨ ਵੀ ਖਰੀਦੀ ਹੈ ਜੀ, ਅਤੇ ਕੰਮ ਵੀ ਠੀਕ ਕਰ ਰਹੇ, ਬਰਾਦਰ ਨਾਲ ਜੁੜਨ ਕਰਕੇ, ਫੈਮਿਲੀ ਕਰਕੇ ਠੀਕ ਲੱਗ ਰਹੇ ਸੀ। ਪੰਜਾਬੀ 'ਚ ਕਹਿੰਦੇ ਆ ਕਿ 100 ਹੱਥ ਰੱਸਾ ਸਿਰੇ 'ਤੇ ਗੰਢ। ਸੋ ਪ੍ਰਦੀਪ ਜੀ ਨਾਲ ਗੱਲ ਕਰਨ 'ਤੇ 2-3 ਗੱਲਾਂ ਬੜੀਆਂ ਸਪਸ਼ਟ ਹੋ ਗਈਆਂ ਨੇ ਕਿ ਇੱਕ ਤਾਂ ਰਵਾਇਤੀ ਖੇਤੀ ਤੋਂ ਸਾਨੂੰ ਹਟਣਾ ਪੈਣਾ, ਨੰਬਰ 2 ਨਵੀਂ ਖੇਤੀ ਵਾਲੇ ਪਾਸੇ ਆਉਣ ਦੇ ਲਈ ਮਨ ਬਣਾ ਕੇ, ਟ੍ਰੇਨਿੰਗ ਲੈ ਕੇ, ਜਾਣਕਾਰੀ ਲੈ ਕੇ, ਸਕੀਮਾਂ ਬਾਰੇ ਸੋਚ ਕੇ ਤੁਸੀਂ ਇਸ ਪਾਸੇ ਆ ਸਕਦੇ ਹੋ। ਔਰ ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਮਨ ਬਣਾਓ ਕਿ ਅਸੀਂ ਆਧੁਨਿਕ ਖੇਤੀ ਵਾਲੇ ਪਾਸੇ ਆਉਣਾ। ਔਰ ਜਿਵੇਂ ਇਹਨਾਂ ਨੇ ਦੱਸਿਆ ਹੈ ਕਿ ਇਹਨਾਂ ਦੀ ਪੂਰੀ ਤਸੱਲੀ ਹੈ, ਇਹਦੇ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨੇ ਕਿ ਅਸੀਂ ਅੱਗੇ ਨਾਲੋਂ ਚੰਗੇ ਹਾਂ, ਕਿਉਂਕਿ ਇਹਨਾਂ ਨੇ ਆਪਣਾ ਇਨਫਰਾਸਟ੍ਰਕਚਰ ਵੀ ਵੱਡੇ ਪੱਧਰ 'ਤੇ ਬਣਾ ਲਿਆ। ਇਹਨਾਂ ਦੇ ਮਨ ਦੇ ਵਿੱਚੋਂ ਇਹ ਗੱਲ ਨਿਕਲੀ ਆ ਕਿ ਪੂਰੀ ਤਰ੍ਹਾਂ ਖੁਸ਼ ਨੇ। ਇਸ ਆਸ ਨਾਲ ਕਿ ਸਾਡੇ ਹੋਰ ਵੀ ਨੌਜਵਾਨ ਪ੍ਰਦੀਪ ਜੀ ਤੋਂ ਇਸ ਕਿਸਮ ਦੀ ਸਿੱਖਿਆ ਲੈ ਕੇ, ਸਿੱਖ ਕੇ, ਰੀਸ ਕਰਕੇ ਅੱਗੇ ਆਉਣਗੇ। ਅੱਜ ਦਾ ਪ੍ਰੋਗਰਾਮ ਫਾਰਮ ਹਾਊਸ ਖਤਮ ਕਰਨ ਦੀ ਕੈਮਰਾਮੈਨ ਅਤਲ ਵਰਮਾ ਦੇ ਨਾਲ ਅਮਰਜੀਤ ਵੜੈਚ ਨੂੰ ਦਿਓ ਇਜਾਜ਼ਤ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।